हाँ जी, वेलकम टू माई चैनल एजुकेशन ਸਿੰਪਲੀਫਾਈਡ ਬਾਈ OCDC। ਸੋ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕੁਝ ਨੋਟਸ BSc ਪੋਸਟ ਬੇਸਿਕ ਦੇ। ਤਾਂ ਜਿਵੇਂ ਤੁਸੀਂ ਇਸ ਇਮੇਜ ਦੇਖ ਰਹੇ ਹੋ ਤਾਂ ਤੁਹਾਡਾ ਟੌਪਿਕ ਹੈ ਇਸ ਦਾ ਗਰੋਥ ਐਂਡ ਕਲਚਰਲ ਕਰੈਕਟਰਿਸਟਿਕ, ਕਿ ਜਦੋਂ ਆਪਾਂ ਕੋਈ ਬੈਕਟੀਰੀਆ ਵਾਇਰਸ ਦਾ ਕਲਚਰ ਕਰਦੇ ਹਾਂ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦੀ ਅਪੀਅਰੈਂਸ ਦਿਖਦੀ ਹੈ ਕਲਚਰ ਦੀ, ਕਿਸ ਤਰ੍ਹਾਂ ਦਾ ਟੈਕਸਚਰ ਦਿਖਦਾ ਹੈ, ਠੀਕ ਹੈ, ਮਹਿਸੂਸ ਹੁੰਦਾ ਹੈ। ਸੋ ਉਸ ਨੂੰ ਕਿਹਾ ਜਾਂਦਾ ਗਰੋਥ ਐਂਡ ਕਲਚਰ ਕਰੈਕਟਰਿਸਟਿਕਸ, ਉਹਦੇ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ। ਮਾਈਕੋ ਬੈਕਟੀਰੀਆ ਕਿਹੜੇ ਹੁੰਦੇ ਨੇ? ਮਾਈਕੋ ਬੈਕਟੀਰੀਆ ਹੁੰਦੇ ਜਿਹੜੇ ਟਿਊਬਰਕਲੋਸਿਸ ਕੋਜ਼ ਕਰਦੇ ਨੇ। TB ਦੇ ਬੈਕਟੀਰੀਆ ਨੂੰ ਮਾਈਕੋ ਬੈਕਟੀਰੀਆ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਲੈਪਰੋਸੀ ਕੋੜ ਦੀ ਬਿਮਾਰੀ ਹੁੰਦੀ ਹੈ ਉਹ ਵੀ ਮਾਈਕੋ ਬੈਕਟੀਰੀਆ ਤੋਂ ਹੁੰਦੀ ਹੈ। ਮਾਈਕੋ ਬੈਕਟੀਰੀਆ ਓਬਲੀਗੇਟ ਐਰੋਬਸ ਹੁੰਦੇ ਹਨ। ਓਬਲੀਗੇਟ ਤੋਂ ਭਾਵ ਹੁੰਦਾ ਹੈ ਪਰਮਾਨੈਂਟ, ਐਰੋਬ ਤੋਂ ਭਾਵ ਹੁੰਦਾ ਹੈ ਵੀ ਇਹ ਆਕਸੀਜਨ ਦੀ ਪ੍ਰੈਜੈਂਸ ਵਿੱਚ ਹੀ ਜਿੰਦਾ ਰਹਿ ਸਕਦੇ ਨੇ। ਦੇ ਗਰੋ ਸਲੋਲੀ ਐਂਡ ਕਲੋਨੀਜ਼ ਅਪੀਅਰ ਇਨ ਅਬਾਊਟ 2 ਵੀਕਸ। ਜੇ ਆਪਾਂ ਇੱਕ ਵਾਰ ਕਲਚਰ ਕਰਾਂਗੇ ਤਾਂ ਉਹ ਬਹੁਤ ਸਲੋ ਗਰੋਥ ਕਰਦੇ ਨੇ ਮਾਈਕੋ ਬੈਕਟੀਰੀਆ, ਅਤੇ 2 ਹਫ਼ਤੇ ਬਾਅਦ ਇਹਦੀ ਕਲੋਨੀ ਆਪਾਂ ਨੂੰ ਕਲਚਰ ਦੇ ਵਿੱਚ ਦਿਖਣੀ ਸਟਾਰਟ ਹੁੰਦੀ ਹੈ। ਨਾਲ ਹੀ ਲਿਖਿਆ ਸਮਟਾਈਮਜ਼ ਇਟ ਮੇ ਟੇਕ ਅਪ ਟੂ 8 ਵੀਕਸ, ਕਈ ਵਾਰ 8-8 ਹਫ਼ਤੇ ਬਾਅਦ ਵੀ ਕਲੋਨੀ ਨਜ਼ਰ ਆਉਂਦੀ ਹੈ। ਆਪਟੀਮਮ ਟੈਂਪਰੇਚਰ ਤੋਂ ਭਾਵ ਹੁੰਦਾ ਹੈ ਉਹ ਟੈਂਪਰੇਚਰ ਜੋ ਨਾ ਮਿਨੀਮਮ ਹੋਵੇ ਨਾ ਮੈਕਸੀਮਮ ਹੋਵੇ। ਸੋ ਜਿਸ ਟੈਂਪਰੇਚਰ ਦੇ ਉੱਪਰ ਬਹੁਤ ਵਧੀਆ ਗਰੋਥ ਹੋਵੇ ਉਸ ਨੂੰ ਆਪਟੀਮਮ ਟੈਂਪਰੇਚਰ ਕਿਹਾ ਜਾਂਦਾ ਹੈ। ਤਾਂ ਇਹ ਇਸ ਦੇ ਲਈ 37 ਡਿਗਰੀ ਹੁੰਦਾ ਹੈ, ਜੋ ਕਿ ਇਨਸਾਨ ਦੀ ਬੋਡੀ ਦਾ ਟੈਂਪਰੇਚਰ ਵੀ ਹੁੰਦਾ ਹੈ। pH ਦੀ ਗੱਲ ਕਰੀਏ ਤਾਂ ਐਸਿਡਿਟੀ ਨੂੰ ਮਾਪਣ ਵਾਸਤੇ ਜੋ ਯੂਨਿਟ ਹੁੰਦਾ ਉਹਨੂੰ pH ਕਿਹਾ ਜਾਂਦਾ ਹੈ। ਤਾਂ pH ਇਸ 'ਚ 6.4 ਤੋਂ ਲੈ ਕੇ 7, ਲਗਭਗ ਆਪਾਂ ਇਹ ਕਹਿ ਸਕਦੇ ਵੀ ਲਗਭਗ ਨਿਊਟਰਲ pH ਚਾਹੀਦੀ ਹੈ। 7 ਨਿਊਟਰਲ ਹੁੰਦੀ ਹੈ, 6.4 ਸਲਾਈਟਲੀ ਐਸਿਡਿਕ ਹੁੰਦੀ ਹੈ। ਇਟ ਨੀਡਸ ਐਨਰਿਚਡ ਮੀਡੀਆ, ਇਹਨੂੰ ਬਹੁਤ ਸਾਰਾ ਮਤਲਬ ਅੱਛੇ ਪੋਸ਼ਣ ਤੱਤਾਂ ਵਾਲਾ ਮੀਡੀਅਮ ਚਾਹੀਦਾ ਹੁੰਦਾ ਹੈ, ਜਿਹੜਾ ਕਿ ਐਗ ਤੋਂ, ਗਲਿਸਰੋਲ, ਪੋਟੈਟੋ, ਮੀਟ, ਐਸਪਾਰਜਿਨ ਐਟਸੈਟਰਾ ਤੋਂ ਬਣਿਆ ਹੋਵੇ, ਠੀਕ ਹੈ। ਲਿਕੁਇਡ ਜਾਂ ਸੋਲਿਡ ਮੀਡੀਅਮ ਦੋਨਾਂ ਦੇ ਵਿੱਚ ਗਰੋ ਕਰ ਸਕਦਾ ਹੈ। ਨੈਕਸਟ ਆਪਾਂ ਗੱਲ ਕਰੀਏ ਗੈਸ ਗੈਂਗਰੀਨ। ਦਾ ਮੈਜੋਰਿਟੀ ਆਫ ਦਾ ਇਨਫੈਕਸ਼ਨ ਰਿਜ਼ਲਟ ਇਨ ਦਾ ਨੈਕਰੋਸਿਸ ਆਫ ਮਸਲਸ। ਬਹੁਤ ਸਾਰੀਆਂ ਇਨਫੈਕਸ਼ਨ ਕਰਕੇ ਸਰੀਰ ਦੇ ਵਿੱਚ ਜਿਹੜੀਆਂ ਮਾਸਪੇਸ਼ੀਆਂ ਹੁੰਦੀਆਂ ਨੇ, ਮਸਲਸ ਹੁੰਦੀਆਂ ਨੇ, ਉਹਨਾਂ ਦੀ ਨੈਕਰੋਸਿਸ ਹੋ ਜਾਂਦੀ ਹੈ। ਨੈਕਰੋਸਿਸ ਤੋਂ ਭਾਵ ਹੁੰਦਾ ਪਰਮਾਨੈਂਟ ਡੈਥ, ਠੀਕ ਹੈ, ਡਿਊ ਟੂ ਪਰਫੀਰੈਂਸ। ਕਲੋਸਟ੍ਰੀਡੀਅਮ ਪਲਫੀਰੈਂਸ ਇੱਕ ਬੈਕਟੀਰੀਆ ਦਾ ਨਾਮ ਹੈ। ਬੈਕਟੀਰੀਅਲ ਸਪੋਰਸ ਐਂਟਰ ਇਨਟੂ ਟਿਸ਼ੂ, ਬੈਕਟੀਰੀਆ ਦੇ ਸਪੋਰ ਟਿਸ਼ੂ ਦੇ ਅੰਦਰ ਐਂਟਰ ਕਰਦੀਆਂ ਨੇ। ਕਿਹਦੇ ਥਰੂ ਕਰਦੀਆਂ ਨੇ? ਕੰਟੈਮੀਨੇਟਡ ਸੋਇਲ, ਮਤਲਬ ਗੰਦੀ ਮਿੱਟੀ ਦੇ ਥਰੂ ਕਰਦੀਆਂ ਨੇ। ਐਂਡੋਜੀਨੀਅਸਲੀ, ਮਤਲਬ ਬੋਡੀ ਦੇ ਅੰਦਰ ਚਲੀਆਂ ਜਾਂਦੀਆਂ ਨੇ। ਟਰਾਂਸਫਰ ਫਰੋਮ ਦਾ ਇੰਟੈਸਟਾਈਨ ਟਰੈਕਟ ਟੂ ਅਦਰ ਆਰਗੇਨਿਜ਼ਮ, ਮਤਲਬ ਮਿੱਟੀ ਦੇ ਰਾਹੀਂ ਬੋਡੀ 'ਚ ਜਾ ਕੇ ਇਹ ਇੰਟੈਸਟਾਈਨ 'ਚ ਜਾਂਦੀਆਂ ਨੇ, ਮਤਲਬ ਆਂਤੜੀ 'ਚ ਜਾਂਦੀਆਂ ਨੇ, ਅਤੇ ਆਂਤੜੀ ਤੋਂ ਬੋਡੀ ਦੇ ਹੋਰ ਅੰਗਾਂ ਦੇ ਵਿੱਚ ਫੈਲ ਜਾਂਦੀਆਂ ਨੇ। ਅਤੇ ਇਹ ਸਰੀਰ ਦੇ ਵਿੱਚ ਆਪਣੇ ਉਦੋਂ ਜਾਂਦੀਆਂ ਜਦੋਂ ਕੋਈ ਓਪਨ ਵੂੰਡ, ਜਦੋਂ ਖੁੱਲ੍ਹਾ ਕੋਈ ਜ਼ਖਮ ਹੋਵੇ ਤਾਂ ਉਹਦੇ ਥਰੂ ਐਂਟਰ ਕਰ ਜਾਂਦੀਆਂ ਨੇ। ਅਲਫਾ ਟੌਕਸਿਨ ਐਂਡ ਅਦਰ ਐਂਡੋਟੌਕਸਿਨ ਆਰ ਸਕ੍ਰੀਟਡ ਬਾਏ ਬੈਕਟੀਰੀਆ। ਇਹ ਬੈਕਟੀਰੀਆ ਆਪਣੇ ਅੰਦਰ ਜਾ ਕੇ ਅਲਫਾ ਟੌਕਸਿਨ ਨਾਮ ਦੇ ਜ਼ਹਿਰ ਨੂੰ ਪੈਦਾ ਕਰਦਾ ਹੈ ਅਤੇ ਹੋਰ ਵੀ ਟੌਕਸਿਨ ਨੂੰ ਪੈਦਾ ਕਰਦਾ ਹੈ। ਪ੍ਰੋਡਕਸ਼ਨ ਆਫ ਦਾ ਐਂਜ਼ਾਈਮ ਕਾਜ਼ ਬ੍ਰੇਕਡਾਊਨ ਆਫ ਦਾ ਗਰਾਊਂਡ ਸਬਸਟਾਂਸ ਵਿਚ ਹੈਲਪ ਟੂ ਸਪਰੈਡ ਦਾ ਇਨਫੈਕਸ਼ਨ ਫਰੋਮ ਇਨਫੈਕਟਡ ਟਿਸ਼ੂ ਟੂ ਅਨਦਰ ਟਿਸ਼ੂ। ਮਤਲਬ ਆਪਣੇ ਅੰਦਰ ਕੁਛ ਐਂਜ਼ਾਈਮਸ ਹੁੰਦੇ ਨੇ ਜੋ ਇਹਦੀ ਹੈਲਪ ਕਰਦੇ ਨੇ, ਜਿਸ ਕਾਰਨ ਇਹ ਇਨਫੈਕਸ਼ਨ ਆਪਣੇ ਇੱਕ ਟਿਸ਼ੂ ਦੂਜੇ ਟਿਸ਼ੂ ਵਿੱਚ ਫੈਲ ਜਾਂਦੀ ਹੈ। ਫਰਮੈਂਟੇਸ਼ਨ ਆਫ ਦਾ ਟਿਸ਼ੂ ਕਾਰਬੋਹਾਈਡਰੇਟ ਈਲਡ ਗੈਸ, ਅਤੇ ਇਹਦੇ ਨਾਲ ਆਪਣੇ ਅੰਦਰ ਗੈਸ ਪੈਦਾ ਹੁੰਦੀ ਹੈ ਫਰਮੈਂਟੇਸ਼ਨ ਕਰਕੇ। ਫਰਮੈਂਟੇਸ਼ਨ ਤੁਹਾਨੂੰ ਮੈਂ ਦੱਸਿਆ ਸੀ ਐਨਾਰੋਬਿਕ ਹੁੰਦੀ ਹੈ ਹਮੇਸ਼ਾ ਬਿਨਾਂ ਆਕਸੀਜਨ ਤੋਂ। ਐਂਡ ਲਿਬਰੇਸ਼ਨ ਆਫ ਦਾ ਗੈਸ ਬਬਲ ਟੂ ਸਬਕੋਟੇਨੀਅਸ ਸਪੇਸ ਪ੍ਰੋਡਿਊਸ ਕ੍ਰਿੰਕਲਿੰਗ ਸੈਂਸੇਸ਼ਨ ਔਰ ਪਾਲਪੀਟੇਸ਼ਨ। ਮਤਲਬ ਜਿੱਥੇ ਜਿੱਥੇ ਆਪਣੇ ਗੈਂਗਰੀਨ ਹੋ ਜਾਂਦਾ ਹੈ, ਬੋਡੀ ਦਾ ਜਿਹੜਾ ਟਿਸ਼ੂ ਡੈੱਡ ਹੋ ਜਾਂਦਾ ਹੈ, ਉਸ ਦੇ ਆਸੇ ਪਾਸੇ ਇੱਕ ਪਾਲਪੀਟੇਸ਼ਨ ਸਾਊਂਡ ਪੈਦਾ ਹੋ ਜਾਂਦੀ ਹੈ ਗੈਸ ਕਰਕੇ। ਇਸ ਤੋਂ ਉਪਰੰਤ ਆਉਂਦਾ ਹੈ ਐਗਜ਼ੂਡੇਟ ਹੈਵ ਫਾਉਲ ਸਮੈਲ। ਐਗਜ਼ੂਡੇਟ ਤੋਂ ਭਾਵ ਹੁੰਦਾ ਜਿਹੜੀ ਪਸ ਨਿਕਲਦੀ ਰਹਿੰਦੀ ਹੈ ਜ਼ਖਮ ਦੇ ਵਿੱਚੋਂ, ਗੈਂਗਰੀਨ ਦੇ ਵਿੱਚੋਂ, ਤਾਂ ਉਸਨੂੰ ਐਗਜ਼ੂਡੇਟ ਕਿਹਾ ਜਾਂਦਾ ਹੈ। ਫਾਉਲ ਸਮੈਲ ਮਤਲਬ ਉਹਦੀ ਗੰਦੀ ਇੱਕ ਬਦਬੂ ਉਸ ਦੇ ਵਿੱਚੋਂ ਆਉਂਦੀ ਹੈ। ਵੈਨ ਡਿਜ਼ੀਜ਼ ਪ੍ਰੋਗਰੈਸ ਦਾ ਐਗਜ਼ੋਟੌਕਸਿਨ ਐਂਟਰ ਇਨਟੂ ਸਰਕੂਲੇਸ਼ਨ। ਜਦੋਂ ਇਹ ਡਿਜ਼ੀਜ਼ ਅੱਗੇ ਵੱਧਦੀ ਹੈ ਤਾਂ ਇਹ ਟੌਕਸਿਨ ਜਿਹੜੀ ਹੈਗੀ ਹੈ ਇਹ ਬਲੱਡ ਦੇ ਵਿੱਚ ਆ ਜਾਂਦੀ ਹੈ, ਠੀਕ ਹੈ, ਅਤੇ ਹੋਰ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਦੇ ਨਾਲ ਸਿਸਟੈਮਿਕ ਇਫੈਕਟ ਪੈਦਾ ਹੁੰਦੇ ਹਨ। ਜਦੋਂ ਕੋਈ ਇਨਫੈਕਸ਼ਨ ਬਲੱਡ ਦੇ ਰਾਹੀਂ ਪੂਰੀ ਬੋਡੀ 'ਚ ਫੈਲ ਜੇ ਤਾਂ ਉਸਨੂੰ ਸਿਸਟੈਮਿਕ ਇਫੈਕਟ ਕਿਹਾ ਜਾਂਦਾ ਹੈ। ਤਾਂ ਇਸ ਦੇ ਨਾਲ ਰੀਨਲ ਫੇਲੀਅਰ ਯਾਨੀ ਕਿ ਗੁਰਦੇ ਖਤਮ ਹੋ ਸਕਦੇ ਹਨ, ਅਤੇ ਇੰਟਰਾਵਾਸਕੂਲਰ ਹੀਮੋਲਿਸਿਸ ਮਤਲਬ ਵੈਸਲਸ ਦੇ ਅੰਦਰ ਬਲੀਡਿੰਗ ਹੋ ਸਕਦੀ ਹੈ, ਅਤੇ ਇੰਟਰਨਲ ਬਲੀਡਿੰਗ ਇਜ਼ ਆਲਵੇਜ਼ ਡੇਂਜਰਸ, ਹਮੇਸ਼ਾ ਖਤਰਨਾਕ ਹੁੰਦੀ ਹੈ। ਨੈਕਸਟ ਆਪਣਾ ਆਉਂਦਾ ਹੈ ਲੈਬੋਰੇਟਰੀ ਡਾਇਗਨੋਸਿਸ। ਲੈਬੋਰੇਟਰੀ ਦੇ ਅੰਦਰ ਜਾਂਚ ਕਰਨਾ ਕਿਸੇ ਬਿਮਾਰੀ ਦੀ, ਉਸਨੂੰ ਲੈਬੋਰੇਟਰੀ ਡਾਇਗਨੋਸਿਸ ਕਿਹਾ ਜਾਂਦਾ ਹੈ। ਤਾਂ ਇਸ ਵਿੱਚ ਸਭ ਤੋਂ ਪਹਿਲਾਂ ਆਉਂਦਾ ਸਪੈਸੀਮਨ ਕਲੈਕਸ਼ਨ। ਜਿਸ ਸੈਂਪਲ ਤੁਸੀਂ ਟੈਸਟ ਕਰਨਾ ਉਸਨੂੰ ਸਪੈਸੀਮਨ ਕਿਹਾ ਜਾਂਦਾ ਹੈ। ਜਿਵੇਂ ਕਿ ਤੁਸੀਂ ਕੋਈ ਵੂੰਡ ਸਵੈਬ ਲੈ ਲਿਆ, ਮਤਲਬ ਜ਼ਖਮ ਦੇ ਉੱਪਰ ਆਪਾਂ ਥੋੜ੍ਹੀ ਜਿਹੀ ਕਾਟਨ ਰੱਖ ਕੇ, ਜਿਹਨੂੰ ਫੁੰਬਾ ਕਹਿੰਦੇ ਪੰਜਾਬੀ 'ਚ,
ਤਾਂ ਉਹਦੇ ਨਾਲ ਪਸ ਲੱਗ ਜਾਂਦੀ ਹੈ, ਤਾਂ ਉਸਨੂੰ ਵੀ ਇੱਕ ਆਪਾਂ ਸੈਂਪਲ ਦੇ ਤੌਰ 'ਤੇ ਯੂਜ਼ ਕਰ ਸਕਦੇ ਹਾਂ। ਇਸੇ ਤਰ੍ਹਾਂ ਵੋਮਿਟ ਜਿਹੜੀ ਹੁੰਦੀ ਹੈ ਇਨਸਾਨ ਦੀ, ਉਹਨੂੰ ਵੀ ਸੈਂਪਲ ਲੈ ਸਕਦੇ ਹਾਂ। ਸਟੂਲ ਜਿਹੜਾ ਫੀਕਲ ਮੈਟਰ ਬੇਸਡ ਮੈਟਰ ਹੁੰਦਾ ਹੈ, ਜਿਹਨੂੰ ਉਸ ਨੂੰ ਵੀ ਆਪਾਂ ਮਤਲਬ ਐਜ਼ ਏ ਸੈਂਪਲ ਯੂਜ਼ ਕਰ ਸਕਦੇ ਹਾਂ। ਗ੍ਰਾਮ ਸਟੇਨਿੰਗ ਐਂਡ ਮਾਈਕਰੋਸਕੋਪਿਕ ਐਗਜ਼ਾਮੀਨੇਸ਼ਨ, ਜਿਹੜੇ ਮੈਂ ਉੱਪਰ ਸੈਂਪਲ ਦੱਸੇ ਨੇ, ਇਹਨਾਂ ਵਿੱਚੋਂ ਕਿਸੇ ਵੀ ਸੈਂਪਲ ਨੂੰ ਪਹਿਲਾਂ ਮਾਈਕਰੋਸਕੋਪ ਦੇ ਨਾਲ ਐਗਜ਼ਾਮਿਨ ਕੀਤਾ ਜਾਂਦਾ ਹੈ ਜਾਂ ਫਿਰ ਇਸ ਦੀ ਗ੍ਰਾਮ ਸਟੇਨਿੰਗ ਕੀਤੀ ਜਾਂਦੀ ਹੈ। ਗ੍ਰਾਮ ਇੱਕ ਸਾਇੰਟਿਸਟ ਦਾ ਨਾਮ ਸੀ ਜਿਸ ਨੇ ਇੱਕ ਡਾਈ ਡਿਵੈਲਪ ਕੀਤੀ ਸੀ, ਅਤੇ ਉਸਨੂੰ ਗ੍ਰਾਮ ਸਟੇਨਿੰਗ ਕਿਹਾ ਜਾਂਦਾ ਹੈ। ਇਸ ਦੇ ਆਧਾਰ ਦੇ ਉੱਪਰ ਆਪਾਂ ਇਹ ਪਤਾ ਲਗਾਉਂਦੇ ਹਾਂ ਕਿ ਜਿਹੜੀ ਇਨਫੈਕਸ਼ਨ ਹੈ ਉਹ ਗ੍ਰਾਮ ਪੋਜ਼ੀਟਿਵ ਬੈਕਟੀਰੀਆ ਦੀ ਹੈ ਜਾਂ ਗ੍ਰਾਮ ਨੈਗੇਟਿਵ ਬੈਕਟੀਰੀਆ ਦੀ ਹੈ। ਗ੍ਰਾਮ ਪੋਜ਼ੀਟਿਵ ਜਾਂ ਗ੍ਰਾਮ ਨੈਗੇਟਿਵ ਬੈਕਟੀਰੀਆ ਦੋ ਡਿਫਰੈਂਟ ਕਿਸਮ ਦੇ ਇਨਫੈਕਸ਼ਨ ਕਰਦੇ ਹਨ, ਅਤੇ ਇਹਨਾਂ ਦਾ ਇਲਾਜ ਵੀ ਡਿਫਰੈਂਟ ਹੁੰਦਾ ਹੈ। ਸੋ ਇਸ ਲਈ ਅੱਜ ਕੱਲ੍ਹ ਜੇ ਡਾਕਟਰ ਨੇ ਉਹ ਤੁਹਾਨੂੰ ਬਰੋਡ ਸਪੈਕਟਰਮ ਐਂਟੀਬਾਇਓਟਿਕ ਦਿੰਦੇ ਨੇ ਜੋ ਦੋਨਾਂ ਦੇ ਉੱਪਰ ਕੰਮ ਕਰਨ, ਗ੍ਰਾਮ ਪੋਜ਼ੀਟਿਵ ਅਤੇ ਗ੍ਰਾਮ ਨੈਗੇਟਿਵ 'ਤੇ। ਜਿਹੜੇ ਗ੍ਰਾਮ ਨੈਗੇਟਿਵ ਬੈਕਟੀਰੀਆ ਹੁੰਦੇ ਨੇ ਉਹਨਾਂ ਦੀ ਇਨਫੈਕਸ਼ਨ ਨੂੰ ਟਰੀਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਐਜ਼ ਕੰਪੇਅਰ ਟੂ ਜਿਹੜੀਆਂ ਇਨਫੈਕਸ਼ਨ ਗ੍ਰਾਮ ਪੋਜ਼ੀਟਿਵ ਤੋਂ ਹੁੰਦੀਆਂ ਉਹ ਜਲਦੀ ਠੀਕ ਹੋ ਜਾਂਦੀਆਂ ਨੇ। ਗ੍ਰਾਮ ਸਟੇਨਿੰਗ ਤੋਂ ਬਾਅਦ ਅਗਲਾ ਸਟੈਪ ਆਉਂਦਾ ਆਪਣਾ ਕਲਚਰ ਕਰੈਕਟਰਿਸਟਿਕਸ। ਇਟ ਇਜ਼ ਐਨਾਰੋਬਿਕ ਬੈਸੀਲਾਈ, ਮਤਲਬ ਇਹ ਐਨਾਰੋਬਿਕ ਤੋਂ ਭਾਵ ਮੈਂ ਦੱਸਿਆ ਸੀਗਾ ਤੁਹਾਨੂੰ ਕਿ ਬਿਨਾਂ ਆਕਸੀਜਨ ਤੋਂ ਰਹਿ ਸਕਦਾ ਹੈ। ਬੈਸੀਲਾਈ ਮਤਲਬ ਰੌਡ ਸ਼ੇਪ ਬੈਕਟੀਰੀਆ ਹੁੰਦਾ ਹੈ, ਠੀਕ ਹੈ। ਗਰੋ ਰੈਪਿਡਲੀ ਐਟ 37 ਡਿਗਰੀ ਦੇ ਉੱਪਰ ਇਹ ਬਹੁਤ ਜ਼ਿਆਦਾ ਗਰੋ ਕਰਦਾ ਹੈ, ਅਤੇ pH ਇਹਦੇ ਵਾਸਤੇ ਚਾਹੀਦੀ ਹੈ 7.4। 7.4 ਮਤਲਬ ਸਲਾਈਟਲੀ ਅਲਕੇਲਾਈਨ pH, 7 ਥੋੜ੍ਹੀ ਜ਼ਿਆਦਾ ਹੋ ਗਈ ਤਾਂ ਬੇਸਿਕ pH ਕਹਿੰਦੇ ਇਹਨੂੰ, 7 ਨਿਊਟਰਲ ਹੁੰਦੀ ਹੈ। ਅਗਲਾ ਸਟੈਪ ਆਉਂਦਾ ਹੈ ਕਲਚਰ। ਇਟ ਕੈਨ ਗਰੋ ਐਨਾਰੋਬਿਕਲੀ ਔਨ ਦਾ ਫੋਲੋਇੰਗ ਮੀਡੀਅਮ, ਮਤਲਬ ਇਹ ਜਿਹੜਾ ਬੈਕਟੀਰੀਆ ਹੈ ਤਾਂ ਇਹ ਐਨਾਰੋਬਿਕ ਮਤਲਬ ਬਿਨਾਂ ਆਕਸੀਜਨ ਤੋਂ ਇੱਕ ਦੋ ਤਰ੍ਹਾਂ ਦੇ ਮੀਡੀਅਮ ਦੇ ਵਿੱਚ ਗਰੋ ਕਰਦਾ ਹੈ। ਪਹਿਲਾ ਮੀਡੀਅਮ ਹੈ ਔਨ ਬਲੱਡ ਅਗਾਰ, ਦੂਸਰਾ ਹੈ ਰੋਬਰਸਟਨਸ ਕੁਕਡ ਮੀਟ ਮੀਡੀਅਮ। ਸੋ ਪਹਿਲਾਂ ਡਿਟੇਲ 'ਚ ਗੱਲ ਕਰੀਏ ਬਲੱਡ ਅਗਾਰ ਦੀ। ਵੈਨ ਕਲਚਰ ਔਨ ਬਲੱਡ ਅਗਾਰ ਐਨਾਰੋਬਿਕਲੀ ਐਟ 37 ਡਿਗਰੀ ਇਟ ਗਰੋ ਰੈਪਿਡਲੀ, ਮਤਲਬ ਬਲੱਡ ਅਗਾਰ ਮੀਡੀਅਮ ਦੇ ਵਿੱਚ ਬਹੁਤ ਤੇਜ਼ੀ ਨਾਲ ਗਰੋ ਕਰਦਾ ਹੈ ਅਤੇ ਪ੍ਰੋਡਿਊਸ ਕਰਦਾ ਹੈ ਕਲੋਨੀਜ਼ ਵਿਦ ਡਬਲ ਜ਼ੋਨ ਆਫ ਹੀਮੋਲਿਸਿਸ। ਹੀਮੋਲਿਸਿਸ ਤੋਂ ਭਾਵ ਹੁੰਦਾ ਹੈ ਬਲੱਡ ਦਾ ਜਾਣੀ ਕਿ ਆਰਬੀਸ 'ਤੇ ਟੁੱਟ ਜਾਣਾ। ਦੂਸਰਾ ਹੈ ਔਨ ਰੋਬਰਸਟਨਸ ਕੁਕਡ ਮੀਟ ਮੀਡੀਅਮ। ਔਨ ਕੁਕਡ ਮੀਟ ਮੀਡੀਅਮ ਗਰੋਥ ਅਪੀਅਰ ਐਟ 37 ਆਫਟਰ 24 ਆਰ ਇਨਕੂਬੇਸ਼ਨ, ਮਤਲਬ ਪਹਿਲਾਂ 24 ਘੰਟੇ ਇਸ ਬੈਕਟੀਰੀਆ ਨੂੰ ਇਸ ਮੀਡੀਅਮ ਵਿੱਚ ਰੱਖਣਾ ਪੈਂਦਾ ਹੈ ਅਤੇ 24 ਘੰਟੇ ਬਾਅਦ ਗਰੋਥ ਦਿਖਣੀ ਸ਼ੁਰੂ ਹੁੰਦੀ ਹੈ। ਦ ਮੀਡੀਅਮ ਬਿਕਮਜ਼ ਟਰਬਿਡ। ਟਰਬਿਡ ਤੋਂ ਭਾਵ ਹੁੰਦਾ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਦੱਸ ਚੁੱਕਿਆ ਹੈਗਾ ਕਿ ਵੀ ਜੇ ਆਪਾਂ ਪਾਣੀ ਵਿੱਚ ਦੁੱਧ ਪਾ ਦਈਏ ਤਾਂ ਜੋ ਧੁੰਦਲੀ ਜੀ ਅਪੀਅਰੈਂਸ ਹੁੰਦੀ ਹੈ ਉਸਨੂੰ ਟਰਬਿਡ ਕਿਹਾ ਜਾਂਦਾ ਹੈ, ਠੀਕ ਹੈ। ਦ ਮੀਟ ਟਰਨਸ ਪਿੰਕ ਵਿਦਾਊਟ ਡਾਈਜੈਸ਼ਨ ਐਂਡ ਹੈਜ਼ ਸੋਰ ਟੇਸਟ। ਮੀਟ ਇਹਦੇ ਵਿੱਚ ਪਿਆ ਪਿਆ ਖੱਟਾ ਹੋ ਜਾਂਦਾ ਹੈ ਅਤੇ ਪਿੰਕ ਕਲਰ ਦਾ ਹੋ ਜਾਂਦਾ ਹੈ। ਅਗਲੀ ਜੋ ਤੁਹਾਡੀ ਇਮੇਜ ਇਸ ਦਿਖ ਰਹੀ ਹੈ ਉਹ ਹੈ ਸਿਫਿਲਿਸ ਦੇ ਬਾਰੇ, ਠੀਕ ਹੈ। ਜਿਸ ਆਰਡਰ ਦੇ ਵਿੱਚ ਤੁਸੀਂ ਮੈਨੂੰ ਪਿਕਸ ਸੈਂਡ ਕੀਤੇ ਉਸ ਆਰਡਰ ਦੇ ਵਿੱਚ ਇਹ ਵੀਡੀਓ ਬਣਾਇਆ ਹੋਇਆ ਹੈਗਾ। ਸੋ ਨੈਕਸਟ ਟਾਈਮ ਪੂਰੀ ਸੀਕੁਐਂਸ ਦੇ ਵਿੱਚ ਇਹ ਲਗਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਤਾਂ ਜਿਹੜਾ ਇਹ ਟੌਪਿਕ ਹੈ ਕੰਜਨਾਈਟਲ ਸਿਫਿਲਿਸ, ਤਾਂ ਇਹ ਕੀ ਹੁੰਦਾ ਹੈ? ਕੰਜਨਾਈਟਲ ਤੋਂ ਭਾਵ ਹੁੰਦਾ ਕਿਹੜੀ ਚੀਜ਼ ਬਾਏ ਬਰਥ ਪ੍ਰੈਜੈਂਟ ਹੋਵੇ। ਜਿਹੜੀ ਬਿਮਾਰੀਆਂ ਜਮਾਂਦਰੂ ਨੂੰ ਕਹਿ ਦਿੰਦੇ ਆਪਾਂ ਉਹਨੂੰ ਕੰਜਨਾਈਟਲ ਕਿਹਾ ਜਾਂਦਾ ਹੈ। ਸਿਫਿਲਿਸ ਇੱਕ ਸੈਕਸ਼ੁਅਲੀ ਟਰਾਂਸਮਿਟਡ ਡਿਜ਼ੀਜ਼ ਹੁੰਦੀ ਹੈ, ਠੀਕ ਹੈ। ਮਲਟੀਪਲ ਪਾਰਟਨਰ ਨਾਲ ਜਾਂ ਇਨਫੈਕਟਡ ਪਾਰਟਨਰ ਰਿਲੇਸ਼ਨ ਬਣਾਉਣ 'ਤੇ ਇਹ ਬਿਮਾਰੀ ਫੈਲਦੀ ਹੈ। ਡੂਰਿੰਗ ਦਾ ਫਸਟ 10 to 12 ਵੀਕਸ ਆਫ ਪ੍ਰੈਗਨੈਂਸੀ ਟ੍ਰਿਪੋਨੀਮਾ ਪਲੇਡੀਅਮ ਬੈਕਟੀਰੀਆ ਹੁੰਦਾ ਹੈ ਇੱਕ ਜਿਹਦੇ ਨਾਲ ਇਹ ਬਿਮਾਰੀ ਹੁੰਦੀ ਹੈ। ਸੋ ਪ੍ਰੈਗਨੈਂਸੀ ਦੌਰਾਨ ਇਹ ਪਲੇਸੈਂਟਾ ਦੇ ਰਾਹੀਂ ਬੱਚੇ ਨੂੰ ਹੋ ਸਕਦੀ ਹੈ। ਦਿਸ ਇਨਫੈਕਸ਼ਨ ਕੈਨ ਕਾਜ਼ ਡੈਥ, ਇਸ ਨਾਲ ਬੱਚੇ ਡੈਥ ਹੋ ਸਕਦੀ ਹੈ। ਸਪੌਂਟੇਨੀਅਸ ਅਚਾਨਕ ਅਬੋਰਸ਼ਨ ਹੋ ਸਕਦਾ ਹੈ, ਬੱਚਾ ਜਿਹਨੂੰ ਆਪਾਂ ਕਹਿੰਦੇ ਵੀ ਬੱਚਾ ਗਿਰ ਗਿਆ, ਜਦ ਮਰਿਆ ਹੋਇਆ ਬੱਚਾ ਪੈਦਾ ਹੋ ਸਕਦਾ ਉਸਨੂੰ ਕਿਹਾ ਜਾਂਦਾ ਸਟਿਲ ਬਰਥ। ਇਨ ਕੇਸ ਆਫ ਲਾਈਵ ਬਰਥ ਦਾ ਇਨਫੈਕਟਡ ਇਨਫੈਂਟ ਡਿਵੈਲਪ ਅ ਕੰਡੀਸ਼ਨ ਸਿਮਿਲਰ ਟੂ ਸੈਕੰਡਰੀ ਸਿਫਿਲਿਸ। ਜੇ ਬੱਚਾ ਜਿੰਦਾ ਪੈਦਾ ਹੋ ਵੀ ਜਾਵੇ ਤਾਂ ਵੀ ਉਸਨੂੰ ਸੈਕੰਡਰੀ ਸਿਫਿਲਿਸ ਦੇ ਲੱਛਣ ਰਹਿੰਦੇ ਹਨ, ਇਨਕਲੂਡਿੰਗ ਦਾ ਵੈਰਾਈਟੀ ਆਫ ਸੈਂਟਰਲ ਨਰਵਸ ਸਿਸਟਮ ਦੇ ਡਿਸਆਰਡਰ ਹੋਣਗੇ ਉਸ ਬੱਚੇ ਨੂੰ, ਅਤੇ ਨਾਲ ਹੀ ਉਸ ਬੱਚੇ ਦੇ ਵਿੱਚ ਸਟਰਕਚਰ ਦੇ ਵਿੱਚ ਐਬਨੋਰਮੈਲਿਟੀਜ਼ ਹੋਣਗੀਆਂ। ਫਿਰ ਹੈ ਅਦਰ ਟ੍ਰਿਪੋਨੋਮਲ ਇਨਫੈਕਸ਼ਨ। ਟ੍ਰਿਪੋਨੋਮਾ ਜੋ ਬੈਕਟੀਰੀਆ ਹੁੰਦਾ ਹੈ ਉਹ ਹੋਰ ਕਿਹੜੀ ਇਨਫੈਕਸ਼ਨ ਕਰਦਾ ਹੈ? ਤਾਂ ਇਹਦੇ 'ਚ ਆਉਂਦਾ ਹੈ ਜਾਂ ਪਿੰਟਾ ਬੇਜ਼ਲ। ਅਨਲਾਈਕ ਸਿਫਿਲਿਸ ਅਕਰ ਥਰੂ ਡਾਇਰੈਕਟ ਸਕਿਨ ਕੰਟੈਕਟ ਦੇ ਨਾਲ ਵੀ ਸਿਫਿਲਿਸ ਫੈਲ ਸਕਦੀ ਹੈ। ਕਰਾਊਡ ਲਿਵਿੰਗ ਕੰਡੀਸ਼ਨ ਦੇ ਵਿੱਚ ਵੀ ਸਿਫਿਲਿਸ ਇੱਕ ਦੂਜੇ ਤੋਂ ਫੈਲ ਸਕਦੀ ਹੈ, ਅਤੇ ਪੂਅਰ ਹਾਈਜੀਨ, ਜੇ ਨਿੱਜੀ ਸਾਫ ਸਫਾਈ ਨਾ ਹੋਵੇ ਤਾਂ ਵੀ ਸਿਫਿਲਿਸ ਇੱਕ ਦੂਸਰੇ ਤੋਂ ਫੈਲ ਸਕਦੀ ਹੈ। ਨੈਕਸਟ ਹੈ ਆਲ ਦੀਜ਼ ਮੋਡ ਆਫ ਟਰਾਂਸਮਿਸ਼ਨ। ਜਿਸ ਤਰੀਕੇ ਨਾਲ ਬਿਮਾਰੀ ਇੱਕ ਦੂਸਰੇ ਤੋਂ ਫੈਲਦੀ ਹੈ ਉਸਨੂੰ ਟਰਾਂਸਮਿਸ਼ਨ ਕਿਹਾ ਜਾਂਦਾ ਹੈ। ਸੋ ਸਪਰੈਡ ਥਰੂ ਦਿਸ ਡਿਜ਼ੀਜ਼ਸ ਦਾ ਡਿਜ਼ੀਜ਼ ਆਰ ਕਿਊਰੇਬਲ ਵਿਦ ਪੈਨੀਸਿਲਿਨ। ਪੈਨੀਸਿਲਿਨ ਇੱਕ ਐਂਟੀਬਾਇਓਟਿਕ ਹੁੰਦਾ ਹੈ ਜਿਸ ਦੇ ਨਾਲ ਇਹ ਬਿਮਾਰੀ ਠੀਕ ਹੋ ਸਕਦੀ ਹੈ ਸਿਫਿਲਿਸ, ਐਂਡ ਅਕਰ ਇਨ ਪੂਅਰ ਕੰਟਰੀਜ਼ ਲਾਈਕ ਮੈਕਸੀਕੋ, ਫਿਲੀਪਾਈਨਸ ਅਤੇ ਹੌਟ ਏਰੀਆ ਆਫ ਅਫਰੀਕਾ ਦੇ ਵਿੱਚ ਇਹ ਬਿਮਾਰੀ ਬਹੁਤ ਮਾਤਰਾ ਦੇ ਵਿੱਚ ਪਾਈ ਜਾਂਦੀ ਹੈ, ਠੀਕ ਹੈ ਜੀ। ਸੋ ਇਹ ਬਿਮਾਰੀ ਬੜੀ ਗੰਭੀਰ ਬਿਮਾਰੀ ਹੈ ਸੈਕਸ਼ੁਅਲ ਟਰਾਂਸਮਿਟਡ ਡਿਜ਼ੀਜ਼ ਦੇ ਅੰਦਰ।
ਫਿਰ ਉਸ ਤੋਂ ਬਾਅਦ ਗੱਲ ਕਰੀਏ ਸੋਰਸ ਆਫ ਮੋਡ ਆਫ ਟਰਾਂਸਮਿਸ਼ਨ, ਤੁਹਾਨੂੰ ਦੱਸ ਚੁੱਕਿਆ ਆਲਰੇਡੀ ਵੀ ਇਹ ਬਿਮਾਰੀ ਸੈਕਸ਼ੂਅਲ ਕੰਟੈਕਟ ਨਾਲ ਫੈਲਦੀ ਹੈ ਜਾਂ ਫਿਰ ਇਨਫੈਕਟਡ ਪਰਸਨ ਦੇ ਬਲੱਡ ਦੇ ਨਾਲ ਵੀ ਫੈਲ ਸਕਦੀ ਹੈ। ਜਦੋਂ ਆਪਾਂ ਬਲੱਡ ਕਿਸੇ ਨੂੰ ਦਿੰਦੇ ਹਾਂ ਜਾਂ ਬਲੱਡ ਕਿਸੇ ਤੋਂ ਲੈਂਦੇ ਹਾਂ ਉਸ ਨੂੰ ਬਲੱਡ ਟਰਾਂਸਫਿਊਜ਼ਨ ਕਿਹਾ ਜਾਂਦਾ ਹੈ। ਇੱਕ ਵਿਅਕਤੀ ਦੇ ਬਲੱਡ ਨੂੰ ਦੂਜੇ ਵਿਅਕਤੀ ਦੇ ਅੰਦਰ ਲਗਾਉਣਾ ਟਰਾਂਸਫਿਊਜ਼ਨ ਕਿਹਾ ਜਾਂਦਾ ਹੈ। ਸੋ ਜਿਸ ਵਿਅਕਤੀ ਦਾ ਬਲੱਡ ਲਗਾਇਆ ਜਾ ਰਿਹਾ ਹੈ ਉਹ ਇਨਫੈਕਟਡ ਹੋ ਸਕਦਾ ਹੈ। ਇਸ ਲਈ ਅੱਜ ਕੱਲ੍ਹ ਸਭ ਤੋਂ ਪਹਿਲਾਂ ਕ੍ਰੋਸ ਮੈਚਿੰਗ ਬਲੱਡ ਦੀ ਬੜੀ ਜ਼ਰੂਰੀ ਹੁੰਦੀ ਹੈ ਅਤੇ ਨਾਲ ਹੀ ਉਸਦੀ ਇਹ ਚੈਕਿੰਗ ਕਰਨੀ ਹੁੰਦੀ ਹੈ ਕਿ ਉਸ ਦੇ ਵਿੱਚ ਕੋਈ ਆਲਰੇਡੀ ਡਿਜ਼ੀਜ਼ ਤਾਂ ਨਹੀਂ ਹੈ। ਫਿਰ ਉਸ ਤੋਂ ਬਾਅਦ ਗੱਲ ਕਰੀਏ ਪੈਥੋਜੈਨੇਸਿਸ ਦੀ। ਕੋਈ ਵੀ ਬਿਮਾਰੀ ਸ਼ੁਰੂ ਕਿਵੇਂ ਹੁੰਦੀ ਹੈ, ਉਹਦਾ ਮਿਡਲ ਪਾਰਟ ਕਿਸ ਤਰ੍ਹਾਂ ਹੁੰਦਾ, ਕਿਸ ਤਰ੍ਹਾਂ ਵੱਧਦੀ ਹੈ, ਉਹਨੂੰ ਕਿਹੜੇ ਕਿਹੜੇ ਕਾਰਕ ਪ੍ਰਭਾਵਿਤ ਕਰਦੇ ਹਨ, ਕੀ ਉਸ ਦੇ ਇਲਾਜ ਹੋ ਸਕਦੇ ਹਨ, ਕਿ ਅਗਰ ਇਲਾਜ ਨਾ ਕੀਤਾ ਜਾਵੇ ਤਾਂ ਕੀ ਕੰਪਲੀਕੇਸ਼ਨ ਹੋ ਸਕਦੀਆਂ ਹਨ। ਇਸ ਸਾਰੇ ਪ੍ਰੋਸੈਸ ਨੂੰ ਪੈਥੋਜੈਨੇਸਿਸ ਕਿਹਾ ਜਾਂਦਾ ਹੈ। ਸੋ ਸਿਫਿਲਿਸ ਦੇ ਪੈਥੋਜੈਨੇਸਿਸ ਦੀ ਆਪਾਂ ਗੱਲ ਕਰੀਏ ਤਾਂ ਆਰਗੇਨਿਜ਼ਮ ਐਂਟਰ ਥਰੂ ਸੈਕਸ਼ੂਅਲ ਕੰਟੈਕਟ ਔਰ ਟਰਾਂਸਪਲੈਸੈਂਟਲੀ, ਮਤਲਬ ਪਲੈਸੈਂਟਾ ਦੇ ਰਾਹੀਂ ਜਾਂ ਸੈਕਸ਼ੂਅਲ ਕੰਟੈਕਟ ਦੇ ਰਾਹੀਂ ਇਹ ਟ੍ਰਿਪੋਨੀਮਾ ਬੈਕਟੀਰੀਆ ਜੋ ਹੁੰਦਾ ਹੈ ਐਂਟਰ ਕਰਦਾ ਇਨਸਾਨ ਦੇ ਅੰਦਰ। ਇਟ ਕੈਨ ਨਾਟ ਐਗਜ਼ਿਸਟ ਔਰ ਸਰਵਾਈਵ ਆਊਟਸਾਈਡ ਦਾ ਬੋਡੀ ਤੋਂ ਬਾਹਰ ਇਹ ਬਿਲਕੁਲ ਵੀ ਜਿੰਦਾ ਨਹੀਂ ਰਹਿ ਸਕਦਾ ਮੋਰ ਦੈਨ ਫਿਊ ਮਿੰਟਸ, ਕੁਝ ਮਿੰਟ ਤੱਕ ਹੀ ਜਿੰਦਾ ਰਹਿੰਦਾ ਹੈ। ਆਰਗੇਨਿਜ਼ਮ ਪੈਨੀਟਰੇਟ ਇਨ ਦਾ ਮਿਊਕਸ ਮੈਂਬਰੇਨ ਥਰੂ ਜੈਨੀਟੇਲੀਆ, ਐਕਸਟਰਨਲ ਸੈਕਸ ਆਰਗਨ ਨੂੰ ਜੈਨੀਟੇਲੀਆ ਕਿਹਾ ਜਾਂਦਾ ਹੈ, ਉਸ ਦੇ ਰਾਹੀਂ ਇਹ ਬੋਡੀ ਦੇ ਵਿੱਚ ਐਂਟਰ ਕਰਦਾ ਹੈ। ਨੈਕਸਟ ਇਮੇਜ ਤੋਂ ਟੌਪਿਕ ਹੈ ਕਲੀਨਿੰਗ ਆਫ ਆਰਟੀਕਲਸ। ਕਿਸੇ ਵੀ ਇਨਫੈਕਸ਼ਨ ਨੂੰ ਰੋਕਣ ਦੇ ਲਈ ਆਰਟੀਕਲਸ ਮਤਲਬ ਕੋਈ ਵੀ ਇੰਸਟਰੂਮੈਂਟਸ ਵਗੈਰਾ ਜਿਹੜੇ ਹੁੰਦੇ ਉਹਨੂੰ ਜਾਂ ਕੋਈ ਵੀ ਬੈੱਡ ਸ਼ੀਟਸ ਜਾਂ ਕਿਸੇ ਵੀ ਤਰ੍ਹਾਂ ਦੇ ਲਾਈਨੈਂਸ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਮੈਡੀਕਲ ਸੈਟਅਪ ਦੇ ਵਿੱਚ, ਤਾਂ ਉਹਨਾਂ ਨੂੰ ਆਰਟੀਕਲਸ ਨੂੰ ਸਾਫ਼ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਠੀਕ ਹੈ ਜੀ, ਤਾਂ ਕਿ ਆਪਾਂ ਉਸ ਨੂੰ ਪੈਥੋਜਨ ਤੋਂ ਫਰੀ ਕਰ ਸਕੀਏ। ਪੈਥੋਜਨ ਤੋਂ ਭਾਵ ਹੁੰਦਾ ਕੋਈ ਵੀ ਉਹ ਬੈਕਟੀਰੀਆ, ਵਾਇਰਸ ਜਾਂ ਕੋਈ ਵੀ ਚੀਜ਼ ਜੋ ਬਿਮਾਰੀ ਕਰ ਸਕਦੀ ਉਸ ਨੂੰ ਪੈਥੋਜਨ ਕਿਹਾ ਜਾਂਦਾ ਹੈ। ਫॉर ਮੈਡੀਕਲ ਅਸੈਪਸਿਸ, ਇਹ ਸੈਪਸਿਸ ਤੋਂ ਭਾਵ ਹੈ ਕਿਸੇ ਵੀ ਚੀਜ਼ ਨੂੰ ਕੀਟਾਣੂ, ਵਿਸ਼ਾਣੂ ਜਾਂ ਜੀਵਾਣੂ ਤੋਂ ਰਹਿਤ ਕਰਨਾ, ਮੁਕਤ ਕਰਨਾ। ਰਿੰਸ ਦਾ ਆਰਟੀਕਲ, ਰਿੰਸ ਤੋਂ ਭਾਵ ਹੁੰਦਾ ਧੋਣਾ ਨਿਚੋੜਨਾ। ਠੀਕ ਹੈ, ਵਿਦ ਕੋਲਡ ਵਾਟਰ ਟੂ ਰਿਮੂਵ ਦਾ ਆਰਗੈਨਿਕ ਮਟੀਰੀਅਲ, ਦੈਨ ਵਾਸ਼ ਵਿਦ ਹੌਟ ਵਾਟਰ, ਅਤੇ ਸੋਪ ਦੇ ਨਾਲ ਧੋਣਾ ਹੁੰਦਾ ਫਿਰ ਚੀਜ਼ ਨੂੰ। ਦੈਨ ਰਿੰਸ ਵਿਦ ਵਾਟਰ ਟੂ ਰਿਮੂਵ ਦਾ ਡਰਟ, ਕਿਸੇ ਵੀ ਡਰਟ ਜਾਂ ਗਰੀਜ਼ ਨੂੰ ਰਿਮੂਵ ਕਰਨ ਦੇ ਲਈ ਫਿਰ ਤੋਂ ਰਿੰਸ ਕਰਨਾ ਹੁੰਦਾ ਹੈ। ਯੂਜ਼ ਅ ਸਟਿਫ ਬ੍ਰਿਸਲਡ ਬਰਸ਼ ਯੂਜ਼ ਕਰ ਸਕਦੇ ਹੋ ਜਿਹੜਾ ਕਿ ਬਹੁਤ ਜ਼ਿਆਦਾ ਸਖਤ ਨਾ ਹੋਵੇ। ਠੀਕ ਹੈ, ਤਾਂ ਕਿ ਡਰਟ ਉਸ ਤੋਂ ਰਿਮੂਵ ਕਰ ਸਕੇ ਉਹ। ਆਫਟਰ ਰਿੰਸਿੰਗ ਵਿਦ ਕਲੀਨ ਵਾਟਰ, ਡਰਾਈ ਆਰਟੀਕਲਸ ਵਿਦ ਟਾਵਲ ਉਸ ਨੂੰ ਡਰਾਈ ਕਰਨਾ, ਸੁਕਾਉਣਾ ਹੁੰਦਾ ਹੈ। ਦੈਨ ਡਿਸਇਨਫੈਕਟ ਕਰਨਾ ਹੁੰਦਾ ਜਾਂ ਫਿਰ ਸਟਰਲਾਈਜ਼ ਕਰਨਾ ਹੁੰਦਾ ਡਿਪੈਂਡਿੰਗ ਅਪੋਨ ਦਾ ਟੈਕਨੀਕਸ ਅਵੇਲੇਬਲ। ਠੀਕ ਹੈ, ਜਿਸ ਤਰ੍ਹਾਂ ਆਟੋਕਲੇਵ ਵੀ ਆਪਾਂ ਕਰ ਸਕਦੇ ਹਾਂ, ਇਸ ਤਰ੍ਹਾਂ ਇਨਸਨਰੇਸ਼ਨ, ਹੋਰ ਬਹੁਤ ਸਾਰੀ ਚੀਜ਼ਾਂ ਨੇ ਸਟਰਲਾਈਜ਼ੇਸ਼ਨ ਕਰਨ ਦੀਆਂ। ਸੋ ਉਸ ਤੋਂ ਬਾਅਦ ਆਉਂਦਾ ਹੈ ਗਾਊਨ ਟੈਕਨੀਕ। ਦਾ ਆਈਸੋਲੇਟਡ ਗਾਊਨਸ ਸ਼ੁੱਡ ਬੀ ਯੂਜ਼ਡ ਓਨਲੀ ਵੰਸ ਦੈਨ ਡਿਸਕਾਰਡਡ, ਮਤਲਬ ਇੱਕ ਵਾਰ ਯੂਜ਼ ਕਰਨ ਤੋਂ ਬਾਅਦ ਡਿਸਕਾਰਡ ਕਰਨਾ ਚਾਹੀਦਾ ਹੈ ਗਾਊਨ, ਜੋ ਨਰਸ ਪਾਉਂਦੀਆਂ ਨੇ ਗਾਊਨ। ਠੀਕ ਹੈ, ਜਾਂ ਹੋਰ ਵੀ ਸਟਾਫ ਮੈਂਬਰ ਜੋ ਪਾਉਂਦੇ ਨੇ। ਦਾ ਪੁਆਇੰਟ ਟੂ ਬੀ ਰਿਮੈਂਬਰਡ ਵਾਈਲ ਯੂਜ਼ਿੰਗ ਗਾਊਨ, ਪਹਿਲਾ ਹੈਗਾ ਆਈਸੋਲੇਟਡ ਗਾਊਨ ਸ਼ੁੱਡ ਬੀ ਮੇਡ ਵਿਦ ਲੌਂਗ ਸਲੀਵ ਹੋਣਾ ਚਾਹੀਦਾ ਹੈ। ਠੀਕ ਹੈ, ਲੌਂਗ ਸਕਰਟ ਐਂਡ ਹਾਈ ਨੈਕ ਟੂ ਕਵਰ ਦਾ ਕਲੋਥ ਆਫ ਵੀਰਰ, ਮਤਲਬ ਜਿਸ ਨੇ ਪਾਇਆ ਹੁੰਦਾ ਉਸ ਦਾ ਗਲਾ ਕਵਰ ਹੋਣਾ ਚਾਹੀਦਾ ਅਤੇ ਕੱਪੜੇ ਪ੍ਰੋਪਰ ਕਵਰ ਹੋਣੇ ਚਾਹੀਦੇ ਨੇ। ਰਿਮੂਵ ਦਾ ਵਾਚ ਐਂਡ ਰਿੰਗਸ ਬਿਕੋਜ਼ ਜਵੈਲਰੀ ਕੈਨ ਹਾਰਬਰ ਮਾਈਕਰੋ ਆਰਗੇਨਿਜ਼ਮ, ਤਾਂ ਮੈਡੀਕਲ ਸਟਾਫ ਨੂੰ ਜਵੈਲਰੀ ਨਹੀਂ ਪਾਉਣੀ ਚਾਹੀਦੀ ਕਿਉਂਕਿ ਉਸ ਦੇ ਵਿੱਚ ਮਾਈਕਰੋ ਆਰਗੇਨਿਜ਼ਮ ਗਰੋ ਕਰ ਸਕਦੇ ਨੇ। ਹੈਂਡਸ ਨੂੰ ਪ੍ਰੋਪਰ ਵਾਸ਼ ਕਰਨਾ ਚਾਹੀਦਾ ਹੈ, ਡਰਾਈ ਕਰਨਾ ਚਾਹੀਦਾ ਹੈ। ਗਾਊਨ ਇਜ਼ ਬੋਰਨ ਓਨਲੀ ਇਨ ਦਾ ਕਲਾਇੰਟਸ ਯੂਨਿਟ, ਮਤਲਬ ਜਿਸ ਕਲਾਇੰਟ ਨੂੰ ਦੇਖਣਾ, ਜਿਸ ਦਾ ਇਲਾਜ ਕਰਨਾ, ਉਸ ਯੂਨਿਟ ਵਿੱਚ ਜਾ ਕੇ ਹੀ ਗਾਊਨ ਪਾਉਣਾ ਹੁੰਦਾ ਹੈ, ਪਹਿਲਾਂ ਨਹੀਂ ਪਾਉਣਾ ਚਾਹੀਦਾ ਕਿਉਂਕਿ ਬਾਹਰੋਂ ਹੀ ਉਸ ਦੇ ਉੱਪਰ ਫਿਰ ਜਰਮਸ ਐਂਟਰ ਹੋ ਸਕਦੇ ਨੇ। ਦਾ ਗਾਊਨ ਇਜ਼ ਬੋਰਨ ਬਾਈ ਦਾ ਨਰਸ ਵੈਨ ਕੇਅਰਿੰਗ ਫॉर ਕਲਾਇੰਟ ਦੀ ਕੇਅਰ ਕਰਦੇ ਹੋਏ ਗਾਊਨ ਪਾਉਣਾ ਬੜਾ ਜ਼ਰੂਰੀ ਹੁੰਦਾ ਹੈ। ਸੋ ਨੈਕਸਟ ਆਉਂਦਾ ਹੈ ਆਪਣਾ ਪ੍ਰੋਪਰ ਸਟਰਲਾਈਜੇਸ਼ਨ ਐਂਡ ਡਿਸਇਨਫੈਕਸ਼ਨ। ਕਿਸੇ ਵੀ ਚੀਜ਼ ਨੂੰ ਕੀਟਾਣੂ, ਜੀਵਾਣੂ, ਵਿਸ਼ਾਣੂ ਤੋਂ ਰਹਿਤ ਕਰਨਾ, ਉਸ ਪ੍ਰੋਸੈਸ ਨੂੰ ਸਟਰਲਾਈਜੇਸ਼ਨ ਕਿਹਾ ਜਾਂਦਾ ਹੈ। ਠੀਕ ਹੈ, ਜਾਂ ਫਿਰ ਡਿਸਇਨਫੈਕਸ਼ਨ ਕਿਹਾ ਜਾਂਦਾ ਹੈ। ਸਰਵੀਲੀਅੰਸ ਔਨ ਸਟਰਲਾਈਜੇਸ਼ਨ ਐਂਡ ਡਿਸਇਨਫੈਕਟੈਂਟ ਪਾਰਟੀਕਲਸ, ਡਿਟਰਮਾਈਨਿੰਗ ਦਾ ਐਂਟੀਬਾਇਓਟਿਕ ਪੋਲਿਸੀਜ਼ ਐਂਡ ਇਮੂਨਾਈਜੇਸ਼ਨ ਸਕੈਜਿਊਲ ਐਂਡ ਐਜੂਕੇਟਿੰਗ ਪੇਸ਼ੈਂਟਸ ਐਂਡ ਹॉस्पिटल ਪਰਸੋਨਲ ਔਨ ਇਨਫੈਕਸ਼ਨ ਕੰਟਰੋਲ, ਕਿ ਬਹੁਤ ਜ਼ਿਆਦਾ ਚੈਕਿੰਗ ਹੋਣੀ ਜ਼ਰੂਰੀ ਹੈ ਕਿ ਤੁਹਾਡੇ ਇੰਸਟਰੂਮੈਂਟਸ ਜੋ ਵੀ ਯੂਜ਼ ਕੀਤੇ ਜਾ ਰਹੇ ਨੇ ਉਹ ਕਿੰਨੇ ਸਟਰਲਾਈਜ਼ ਨੇ ਜਾਂ ਨਹੀਂ ਹੈਗੇ। ਠੀਕ ਹੈ, ਕਿੱਥੇ ਡਿਸਇਨਫੈਕਸ਼ਨ ਕੀਤੀ ਜਾ ਰਹੀ ਹੈ, ਕਿੱਥੇ ਰੂਲਸ ਫੋਲੋ ਨਹੀਂ ਕੀਤੇ ਜਾ ਰਹੇ, ਐਂਟੀਬਾਇਓਟਿਕ ਪੋਲਿਸੀਜ਼ ਨੂੰ ਕਿੱਥੇ ਮੰਨਿਆ ਜਾ ਰਿਹਾ, ਕਿੱਥੇ ਫੋਲੋ ਨਹੀਂ ਕੀਤਾ ਜਾ ਰਿਹਾ। ਠੀਕ ਹੈ ਜੀ, ਜੋ ਮੈਡੀਕਲ ਪਰਸੋਨਲ ਹੁੰਦੇ ਨੇ ਉਹਨਾਂ ਦੀ ਆਪਦੀ ਇਮੂਨਾਈਜੇਸ਼ਨ ਦਾ ਕਿੰਨਾ ਕੁ ਧਿਆਨ ਰੱਖਿਆ ਗਿਆ। ਪੇਸ਼ੈਂਟ ਨੂੰ ਐਜੂਕੇਟ ਕਰਨਾ ਤਾਂ ਕਿ ਕੋਈ ਇਨਫੈਕਸ਼ਨ ਨਾ ਫੈਲੇ, ਤਾਂ ਇਹ ਬੜੇ ਜ਼ਰੂਰੀ ਸਟੈਪਸ ਹੁੰਦੇ ਨੇ ਮੈਡੀਕਲ ਹॉस्पिटल ਸੈਟਅਪ ਦੇ ਵਿੱਚ, ਤਾਂ ਕਰਕੇ ਇਨਫੈਕਸ਼ਨ ਜਿਹੜੀ ਹੈਗੀ ਕੰਟਰੋਲ ਕੀਤੀ ਜਾ ਸਕਦੀ ਹੈ ਜੇ ਇਹਨਾਂ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ। ਸੱਚ ਮੈਜ਼ਰ ਹੈਲਪ ਇਨ ਰਿਡਿਊਸਿੰਗ ਦਾ ਇੰਸੀਡੈਂਸ ਆਫ ਹॉस्पिटल ਇਨਫੈਕਸ਼ਨ। ਹॉस्पिटल ਇਨਫੈਕਸ਼ਨ ਤੋਂ ਭਾਵ ਹੁੰਦਾ ਜਿਹੜੀਆਂ ਇਨਫੈਕਸ਼ਨ ਹॉस्पिटल ਦੇ ਮਾਧਿਅਮ ਰਾਹੀਂ ਹੀ
फैलदियां ने, खासकर मैडिकल परसोनल नूं जदों वो पेशेंट का ध्यान रखते हैं। सो इस च आंदा अपने कोल पहला कंटैमीनेटेड डोर हैंडल जिहड़े हुंदे ने वो सब तो वध चांस हुंदा उहदे च कंटैमीनेशन का। ठीक है, उन्होंने बार बार हर बंदा टच करता है तो उसनों इन्फैक्शन फैलन के बहुत चांस होंगे हैं। इसी तरह हॉस्पिटल के सिंक्स हो गए, टॉयलेट, बैड रेल्स जी ट्रॉली नाल होंदी है बैड दे। ठीक है, एंड अदर कम्यूनल सरफेस डिसइनफैक्ट प्रॉब्लम्स, मतलब जिथे जिथे कम्यूनिटी का टच होंदा है ना जो सरफेस के उपर, तो उन्होंने डिसइनफैक्ट करना बहुत जरूरी होंदा है। फीकल कंटैमीनेशन भी अवॉइडेड। फिर है एंटीबायोटिक शुड बी अवॉइडेड एंड ओरल एक्विजिशन शुड बी प्रैफर्ड, इट विल अवॉइड द हॉस्पिटल एक्वायर्ड इन्फैक्शन। ठीक है जी, एंटीबायोटिक नूं अवॉइड करना चाहिए है, तो नाल कि हॉस्पिटल जी एक्वायर्ड इन्फैक्शन होंदी है उसनों अवॉइड करने के लिए बहुत जोड़ा आपका बचाव है वो रखना जरूरी होंदा है। खास कर जिमें परसनल प्रोटैक्शन इक्विपमेंट्स वगैरह का यूज़ भी किया जा सकता है। ज़्यादातर चांस जोड़े होंगे ने वो इंट्रावेनस ड्रग्स जो लगदियां ने उदों होंदे इन्फैक्शन के, सो IV नूं अवॉइड करना चाहिए है। फिर आंदा है हैंड हाइजीन प्रिंसीपल नूं फॉलो करना चाहिए। इट इनकलूड द प्रॉपर हैंड वॉशिंग विद सोप एंड वाटर आफ्टर एंड बिफोर ईच एंड एवरी प्रोसीजर। हर पेशेंट के उपर कोई भी प्रोसीजर फॉलो करने तो पहला हैंड वॉशिंग जरूरी है। इट इज़ वन ऑफ द बेस्ट एंड चीप मैथड, सब तो सस्ता मैथड है, अफोर्डेबल मैथड है टू कंट्रोल द हॉस्पिटल एक्वायर्ड इन्फैक्शनस। कोई भी एक पेशेंट एक क्लाइंट देखने तो बाद उसकी कोई प्रोसीजर करने तो बाद बिना हाथ धोते दूसरे पेशेंट के उपर नहीं लगाने चाहिए। नैक्सट इमेज अपना आता है प्रिवेंटिव मैजर कि इन्फैक्शन की रोकथाम के लिए की कर सकते हैं। पहला है इन्फैक्शन कंट्रोल टीम होनी चाहिए हर हॉस्पिटल के विच। एवरी मेजर हॉस्पिटल हैज़ इन्फैक्शन कंट्रोल टीम कंसिस्टिंग ऑफ होंदा एक माइक्रोबायोलॉजिस्ट, मैडिकल और नर्सिंग स्टाफ होंदा। इस तो बाद हॉस्पिटल का एडमिनिस्ट्रेशन यानी कि प्रशासन होंदा है। फिर है स्टरलाइजेशन टेक्निक्स होनी चाहिए ने हॉस्पिटल के विच। ठीक है, जिस तरह ऑटोक्लेव हो गया। ठीक है, और इम्प्रॉपर टेक्निक सच एज बॉयलिंग इन्फ्यूजन सैट्स इन द वार्ड स्टरलाइजर, मतलब सिंपल बॉयलिंग टेक्निक्स भी हर वार्ड के होनी चाहिए ताकि आप छोटे इंस्ट्रूमेंट्स को बॉयल करके ही स्टरलाइज कर सकीए। फिर है कॉजिटिव डायग्नोसिस। दीज डायग्नोसिस शुड बी डन बाय रूटीन बैक्टीरियोलॉजिकल मैथड ऑफ समीयर फॉर्मेशन, कल्चर आइडेंटिफिकेशन एंड सेंसिटिविटी टेस्टिंग, कि बिना लक्षण होंदे हुए भी बीमारियां टेस्ट कर लेने चाहिए ने, तो उसनों आपां पॉजिटिव डायग्नोसिस कहते हाँ। ठीक है, दिस रिक्वायर सैंपलिंग ऑफ द पॉसीबल सोर्स, जितों जितों चांस होंदा है कि इत्थों इन्फैक्शन हो सकती है उत्थों सैंपल लैके आपां टेस्ट करने होंदे हैं ताकि इन्फैक्शन नूं रोकिया जा सके। ठीक है, इस तो बाद आंदा है नैक्सट आंदा अपना प्रिवेंट कैरियर शुड बी सुटेबली ट्रीटेड। फॉर एग्जाम्पल सोर्स ऑफ हॉस्पिटल आउटब्रेक आर नेजल कैरीज ऑफ स्टेफाइलोकोकाई बाय द सर्जन और सूडोमोनास ग्रोइंग इन द हैंड लोशन, मतलब जिथे इतने भी लगता है भी ये कैरीयर है डिजीज़ का। ठीक है, तो उस कैरीयर नूं भी सूटेबली ट्रीट करना चाहिए है ताकि कैरीयर के राही बीमारी जी हैगी इन्फैक्शन जी हैगी वो एक सेहतयाब व्यक्ति तक फैल ना सके। सो नैक्सट आप गल करिए स्टैफाइलोकोकल इन्फैक्शन की। स्टैफाइलोकोकल इन्फैक्शन एक अलग तरह का बैक्टीरिया होंदा स्टैफाइलोकोकस। ठीक है, ये क्लस्टर के रूप च होंदे ने, ग्रुप के रूप च होंदे ने। ऑल दीज पैथोजेनिक फैक्टर इनकलूडिंग एक्सोटॉक्सिन, एंजाइम, प्रोटीन्स आर रिस्पॉन्सिबल फॉर कॉजिंग वेरियस टाइप ऑफ डिजीज इन ह्यूमन एज गिवन बिलो। मतलब कि इत्थे कि बहुत सारी एक्सोटॉक्सिन यानी कि जहरीले तत्त, बहुत सारे एंजाइम, बहुत सारी प्रोटीन्स भी रिस्पॉन्सिबल होंदी जो बीमारी कर सकदियां ने ह्यूमन दे विच। जिस तरह इत्थे लिखा है लोकेलाइज्ड स्किन इन्फैक्शन मोस्ट कॉमन जिहड़े हैगे स्टैफाइलोकोकस ऑरियस नाम का बैक्टीरिया होंदा है। ठीक है, जो कि है समॉल होंदा मतलब छोटा होंदा है, सुपरफिशियल एब्सेशन करता है ये हेयर फॉलीकल्स के उपर जिहड़ी बालां दी जड़ां होंदियां ने उत्थे इन्फैक्शन करता है। ਅਤੇ ਸਬੇਸੀਅਸ ਗਲੈਂਡਸ ਜਿਹੜੀਆਂ ਸੀਬਮ ਬਣਾਉਂਦੀਆਂ ਨੇ ਗਲੈਂਡ ਗ੍ਰੰਥੀਆਂ ਉਹਨਾਂ ਦੇ ਵਿੱਚ ਇਹ ਇਨਫੈਕਸ਼ਨ ਕਰਦਾ ਹੈ। ਸਭ ਤੋਂ ਪਹਿਲਾਂ ਆ ਗਿਆ ਇਹ ਕਾਮਨ ਸਟਾਈ। ਇਟ ਇਜ਼ ਕ੍ਰੀਏਟਡ ਬਾਈ ਇਨਫੈਕਸ਼ਨ ਆਫ ਦਾ ਆਈਲੈਸ਼ ਫੋਲੀਕਲ। ਅੱਖਾਂ ਦੀਆਂ ਜਿਹੜੀਆਂ ਆਈਲੈਸ਼ਸ ਹੁੰਦੀਆਂ ਨੇ ਉਹਦਾ ਜਿਹੜਾ ਬਾਲ ਜੇ ਪੱਟਿਆ ਜਾਵੇ ਤਾਂ ਉੱਥੇ ਕਾਮਨ ਸਟਾਈ ਹੋ ਜਾਂਦੀ, ਉੱਥੇ ਜਿਹਨੂੰ ਆਪਾਂ ਕਹਿੰਦੇ ਵੀ ਅੱਖ ਦੁਖਣੀ ਆ ਗਈ ਹੈ ਨਾ, ਤਾਂ ਉਸ ਚੀਜ਼ ਨੂੰ ਕਾਮਨ ਸਟਾਈ ਬੋਲਿਆ ਜਾਂਦਾ ਹੈ। ਇਸੇ ਤਰ੍ਹਾਂ ਬੋਇਲ ਜਿਹੜੇ ਕਿ ਛਾਲੇ ਹੋ ਜਾਂਦੇ ਨੇ। ਸਬਕੁਟੇਨੀਅਸ ਐਬਸੈਸਿਸ ਕਾਲਡ ਫਰਨਕਲਸ ਬੋਇਲਸ ਔਰ often formed around the foreign bodies such as splinters। ਸਪਲਿੰਟਰ ਤੋਂ ਭਾਵ ਹੁੰਦਾ ਜਿਹੜੀ ਇੱਕ ਸਪੋਰਟ ਹੁੰਦੀ ਜਦੋਂ ਕੋਈ ਫ੍ਰੈਕਚਰ ਵਗੈਰਾ ਲੱਗਿਆ ਹੁੰਦਾ ਹੈ, ਪਲਸਟਰ ਵਗੈਰਾ ਲੱਗਿਆ ਹੁੰਦਾ ਫ੍ਰੈਕਚਰ ਦੇ ਦੌਰਾਨ, ਤਾਂ ਉੱਥੇ ਸਪੋਰਟ ਵਗੈਰਾ ਦਿੱਤੀ ਜਾਂਦੀ ਹੈ ਸਪਲਿੰਟਰ ਦੇ ਨਾਲ, ਤਾਂ ਉਸ ਦੇ ਆਸੇ ਪਾਸੇ ਛਾਲੇ ਹੋ ਜਾਂਦੇ ਹਨ।
ਤੇ ਇਸ ਤਰ੍ਹਾਂ ਹੈ ਕਾਰਬੰਕਲ। ਸੋ ਕਾਰਬੰਕਲ ਕੀ ਹੁੰਦੇ ਨੇ, ਇਹ ਬਹੁਤ ਸਾਰੇ ਛਾਲੇ ਇੱਕ ਸਮੂਹ ਦੇ ਵਿੱਚ ਹੋ ਜਾਂਦੇ ਨੇ। ਦੀਜ਼ ਆਰ ਦਾ ਲਾਰਜਰ, ਡੀਪਰ, ਬਹੁਤ ਸਾਰੇ ਡੂੰਘੇ ਹੁੰਦੇ ਨੇ ਇਹ। ਮਲਟੀ ਲੋਕਲਾਈਜ਼ਡ ਸਕਿਨ ਇਨ ਇਨਫੈਕਸ਼ਨਸ ਦੈਟ ਕੈਨ ਲੀਡ ਟੂ ਬੈਕਟੀਰੀਮੀਆ, ਮਤਲਬ ਬੋਡੀ ਦੇ ਵਿੱਚ ਫੈਲ ਸਕਦੇ ਨੇ ਬੈਕਟੀਰੀਆ, ਤੋਂ ਉਸਨੂੰ ਬੈਕਟੀਰੀਮੀਆ ਕਿਹਾ ਜਾਂਦਾ ਹੈ, ਬਲੱਡ ਦੇ ਵਿੱਚ ਫੈਲ ਸਕਦੇ ਨੇ। ਨੈਕਸਟ ਹੈਗਾ ਇੰਪੈਟੀਗੋ, ਇਟ ਇਜ਼ ਯੂਜ਼ਲੀ ਲੋਕਲਾਈਜ਼ਡ ਸੁਪਰਫਿਸ਼ੀਅਲ, ਮਤਲਬ ਸਕਿਨ ਦੇ ਉੱਪਰ ਹੁੰਦੀ ਹੈ। ਸਪਰੈਡਿੰਗ ਕਰਸਟੀ ਸਕਿਨ, ਬਹੁਤ ਖੁਰਦਰੀ ਸਕਿਨ ਹੋ ਜਾਂਦੀ ਹੈ। ਜਨਰਲੀ ਸੀਨ ਇਨ ਦਾ ਚਿਲਡਰਨ, ਤਾਂ ਜ਼ਿਆਦਾਤਰ ਇਹ ਬਿਮਾਰੀ ਬੱਚਿਆਂ ਦੇ ਵਿੱਚ ਦੇਖੀ ਜਾਂਦੀ ਹੈ। ਇਹਦੇ ਵਿੱਚ ਸਕਿਨ ਜਿਹੜੀ ਹੈਗੀ ਬਹੁਤ ਹਾਰਡ ਹੋ ਜਾਂਦੀ ਹੈ ਅਤੇ ਰੈਡਿਸ਼ ਬਰਾਊਨ ਜਿਹੜੇ ਹੈਗੇ ਨੇ ਉਹ ਸਪੌਟਸ ਪੈ ਜਾਂਦੇ ਨੇ। ਓਕੇ, ਸੋ ਨੈਕਸਟ ਆਉਂਦਾ ਆਪਣਾ ਕਲਚਰ ਮੀਡੀਆ। ਅ ਸਬਸਟੈਂਸ ਯੂਜ਼ ਟੂ ਪ੍ਰੋਵਾਈਡ ਨਿਊਟਰੀਐਂਟ ਫॉर ਦਾ ਗਰੋਥ ਐਂਡ ਮਲਟੀਪਲੀਕੇਸ਼ਨ ਆਫ ਮਾਈਕਰੋ ਆਰਗੈਨਿਜ਼ਮ, ਕਿਸੇ ਵੀ ਸੂਖਮ ਜੀਵ ਨੂੰ ਗਰੋ ਕਰਨ ਦੇ ਲਈ ਜੋ ਨਿਊਟਰੀਐਂਟ ਪ੍ਰੋਵਾਈਡ ਕੀਤੇ ਜਾਂਦੇ ਨੇ ਉਸ ਨੂੰ ਮੀਡੀਅਮ ਕਿਹਾ ਜਾਂਦਾ ਹੈ। ਟਾਈਪਸ ਆਫ ਮੀਡੀਅਮ ਦੇ ਵਿੱਚ ਲਿਕੁਇਡ ਅਤੇ ਸੋਲਿਡ ਆਉਂਦੇ ਹਨ, ਠੀਕ ਹੈ। ਕੰਸਿਸਟੈਂਸੀ ਦੇ ਬੇਸ ਦੇ ਉੱਪਰ ਆਪਾਂ ਕਹਿ ਸਕਦੇ ਹਾਂ ਕਿ ਲਿਕੁਇਡ ਮੀਡੀਅਮ ਹੁੰਦਾ, ਇੱਕ ਸੋਲਿਡ ਮੀਡੀਅਮ ਹੁੰਦਾ ਹੈ। ਲਿਕੁਇਡ ਮੀਡੀਅਮ ਲਿਖਿਆ ਯੂਜ਼ਡ ਫॉर ਪ੍ਰਪੇਅਰਿੰਗ ਦਾ ਬਲਕ ਕਲਚਰ ਆਫ ਐਂਟੀਜਨ, ਜਾਂ ਫਿਰ ਵੈਕਸੀਨ ਵਾਸਤੇ ਯੂਜ਼ ਕੀਤੇ ਜਾਂਦੇ ਨੇ। ਬਾਇਓਕੈਮੀਕਲ ਟੈਸਟ ਵਾਸਤੇ ਜਾਂ ਫਿਰ ਐਂਟੀਬਾਇਓਟਿਕ ਦੀ ਸੈਂਸਿਟੀਵਿਟੀ ਚੈੱਕ ਕਰਨ ਵਾਸਤੇ ਲਿਕੁਇਡ ਮੀਡੀਅਮ ਦਾ ਯੂਜ਼ ਕੀਤਾ ਜਾਂਦਾ ਹੈ। ਸੋ ਲਿਕੁਇਡ ਮੀਡੀਅਮ ਦੇ ਵਿੱਚ ਬੇਸਿਕਲੀ ਅਗਾਰ ਐਬਸੈਂਟ ਹੁੰਦਾ, ਇਸ ਕਰਕੇ ਇਹ ਸੋਲੀਡੀਫਾਈ ਨਹੀਂ ਹੁੰਦਾ, ਠੀਕ ਹੈ। ਸੋ ਦਿਸ ਵਾਜ਼ ਆਲ ਅਬਾਊਟ ਯੂਅਰ ਪੋਸਟ ਬੇਸਿਕ ਨਰਸਿੰਗ ਐਗਜ਼ਾਮ ਸਿਲੇਬਸ ਨੋਟਸ ਐਂਡ ਐਕਸਪਲੇਨੇਸ਼ਨ। ਸੋ ਨੈਕਸਟ ਇਸ ਤੋਂ ਵੀ ਹੋਰ ਬਿਹਤਰੀਨ ਵੀਡੀਓਜ਼ ਤੁਹਾਨੂੰ ਇੱਕ ਪ੍ਰੋਪਰ ਸੀਕੁਐਂਸ ਦੇ ਵਿੱਚ ਮਿਲਦੇ ਰਹਿਣਗੇ, ਅਤੇ ਹਮੇਸ਼ਾ ਲਈ ਚੈਨਲ ਦੇ ਨਾਲ ਜੁੜੇ ਰਹੋ। ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਨੂੰ ਸਬਸਕ੍ਰਾਈਬ ਕਰ ਲਵੋ। ਥੈਂਕ ਯੂ, ਥੈਂਕਸ ਫॉर ਵਾਚਿੰਗ।